हाँ जी दोस्तों, ਵੈਲਕਮ। ਸਵਾਗਤ ਹੈ ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਰਾਹੀਂ PSPCL ਦੇ ਵੱਲੋਂ ALM ਅਸਿਸਟੈਂਟ ਲਾਈਨਮੈਨ ਦੀਆਂ ਜਿਹੜੀਆਂ 2022 ਦੇ ਵਿੱਚ ਪੋਸਟਾਂ ਦੇ ਲਈ ਪੇਪਰ ਲਿਆ ਗਿਆ ਸੀ, ਉਹਦਾ ਸੈਂਪਲ ਪੇਪਰ ਜਾਰੀ ਕੀਤਾ ਗਿਆ ਸੀ PSPCL ਦੇ ਵੱਲੋਂ। ਉਹਦੀ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਸਾਂਝੀ ਕਰਾਂਗੇ। ਸੈਂਪਲ ਪੇਪਰ ਦਾ ਡਿਸਕਸ਼ਨ ਹੈ ਜਿਹੜੀ ਉਹ ਅੱਜ ਕਰਾਂਗੇ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ। ਸੈਂਪਲ ਪੇਪਰ ਜਿਹੜਾ ਜਾਰੀ ਕੀਤਾ ਗਿਆ ਸੀ PSPCL ਦੇ ਵੱਲੋਂ, ਉਹਦੀ ਪੂਰੀ ਜਾਣਕਾਰੀ ਤੁਹਾਨੂੰ ਮਿਲੇਗੀ। ਸਟੇ ਕਨੈਕਟਡ, ਸਟੇ ਅਪਡੇਟਡ, ਜੁੜੇ ਰਹੋ ਇਸ ਚੈਨਲ ਦੇ ਨਾਲ ਔਰ ਅਪਡੇਟ ਰਹੋ। ਸੋ ਤੁਹਾਨੂੰ ਦੱਸ ਦਈਏ ਕਿ CRA 299/2022 ਦੇ ਰਾਹੀਂ PSPCL ਦੇ ਵੱਲੋਂ ਲਾਈਨਮੈਨ ਦੀਆਂ ਪੋਸਟਾਂ ਦੇ ਲਈ ਨਮੂਨਾ ਪ੍ਰਸ਼ਨ ਪੱਤਰ ਸੈਂਪਲ ਕੁਐਸਚਨ ਪੇਪਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਸੋ ਉਹਦੀ ਡਿਸਕਸ਼ਨ ਹੈ ਜਿਹੜੀ ਸਾਰੇ ਕੁਐਸਚਨਸ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਵੀਡੀਓ ਦੇ ਰਾਹੀਂ। ਸੋ ਇਸ ਨਮੂਨਾ ਪ੍ਰਸ਼ਨ ਪੱਤਰ ਦੀ ਜਾਣਕਾਰੀ ਦੇਣਾ ਸਿਰਫ ਤੁਹਾਡੀ ਟੈਸਟ ਲਈ ਤਿਆਰੀ ਕਰਨ ਦੇ ਆਧਾਰ ਦੇ ਲਈ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਇਸ ਲੈਵਲ ਦੇ ਕੁਐਸਚਨਸ ਰੈਡੀ ਕਰ ਸਕੋ, ਇਸ ਤਰ੍ਹਾਂ ਦਾ ਮਟੀਰੀਅਲ ਜਿਹੜਾ ਰੈਡੀ ਕਰ ਸਕੋ। ਸੋ ਸੈਂਪਲ ਪੇਪਰ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਬਿਨਾਂ ਕਿਸੇ ਦੇਰੀ ਤੋਂ। ਤਕਨੀਕੀ ਭਾਗ ਜਿਹੜਾ ਪਹਿਲਾ ਭਾਗ ਹੈ ਕੁਐਸਚਨ ਪੇਪਰ ਦਾ, 50 ਪ੍ਰਸ਼ਨ ਜਿਹਦੇ ਵਿੱਚੋਂ ਪੁੱਛੇ ਜਾਂਦੇ ਆ, ਉਹਦੇ ਕੁਐਸਚਨਸ ਤੁਹਾਡੇ ਲਈ ਬੇਸਿਕ ਇਲੈਕਟ੍ਰਿਸਿਟੀ ਨਾਲ ਸੰਬੰਧਿਤ ਡਿਸਕਸ ਕਰਨ ਲੱਗੇ ਹਾਂ। ਪਹਿਲਾ ਕੁਐਸਚਨ ਹੈ LT ਲਾਈਨ ਵਿੱਚ ਕਿਵੇਂ ਪਤਾ ਲੱਗਦਾ ਹੈ ਕਿ ਲਾਈਨ ਚਾਲੂ ਹੈ ਜਾਂ ਨਹੀਂ। LT ਲਾਈਨ ਦੇ ਵਿੱਚ ਕਿਸ ਤਰ੍ਹਾਂ ਪਤਾ ਲੱਗਦਾ ਕਿ ਲਾਈਨ ਚਾਲੂ ਹੈ ਜਾਂ ਨਹੀਂ। ਇਹਦੇ ਆਪਸ਼ਨਸ ਨੇ ਲਾਈਨ ਟੈਸਟਰ, ਮਲਟੀਮੀਟਰ, ਪਲਾਸ, ਲਾਈਨ ਟੈਸਟਰ ਅਤੇ ਮਲਟੀਮੀਟਰ। ਸੋ ਇਸ ਦਾ ਸਹੀ ਆਨਸਰ ਹੈ ਥਰਡ ਆਪਸ਼ਨ, ਲਾਈਨ ਟੈਸਟਰ ਅਤੇ ਮਲਟੀਮੀਟਰ। ਲਾਈਨ ਟੈਸਟਰ ਦੇ ਨਾਲ ਔਰ ਮਲਟੀਮੀਟਰ ਦੇ ਨਾਲ ਪਤਾ ਚੱਲਦਾ ਹੈ LT ਲਾਈਨ ਦਾ ਕਿ ਲਾਈਨ ਚੱਲ ਰਹੀ ਹੈ ਜਾਂ ਨਹੀਂ, ਚਾਲੂ ਹੈ ਜਾਂ ਨਹੀਂ। ਦੂਸਰਾ ਕੁਐਸਚਨ ਹੈ ਰਜਿਸਟੈਂਸ ਨੂੰ ਸੀਰੀਜ਼ ਵਿੱਚ ਜੋੜਨ 'ਤੇ ਕੁੱਲ ਰਜਿਸਟੈਂਸ ਵੱਧਦੀ ਹੈ, ਘਟਦੀ ਹੈ, ਕੋਈ ਫਰਕ ਨਹੀਂ ਪੈਂਦਾ। ਉੱਪਰ ਵਾਲੇ ਸਾਰੇ ਆਪਸ਼ਨਸ। ਸੋ ਰਜਿਸਟੈਂਸ ਨੂੰ ਸੀਰੀਜ਼ ਦੇ ਵਿੱਚ ਜੋੜਨ ਨਾਲ ਰਜਿਸਟੈਂਸ ਹੈ ਜਿਹੜੀ ਉਹ ਵੱਧ ਜਾਂਦੀ ਹੈ। ਸੋ ਪਹਿਲੀ ਆਪਸ਼ਨ ਹੈ ਜਿਹੜੀ ਸਹੀ ਆਨਸਰ ਹੈ, ਰਜਿਸਟੈਂਸ ਵੱਧਦੀ ਹੈ। ਤੀਜਾ ਕੁਐਸਚਨ ਹੈ ਸਰਕਟ ਵਿੱਚ ਕਦੋਂ ਕਰੰਟ ਚੱਲਦਾ ਹੈ। ਸਰਕਟ ਵਿੱਚ ਕਰੰਟ ਹੈ ਜਿਹੜਾ ਫਲੋ ਕਦੋਂ ਕਰਦਾ ਹੈ। ਜਦ ਸਵਿਚ ਓਪਨ ਹੋਵੇ, ਜਦ ਸਵਿਚ ਕਲੋਜ਼ ਹੋਵੇ, ਜਦ ਸਵਿਚ ਓਪਨ ਜਾਂ ਕਲੋਜ਼ ਦੋਨਾਂ ਵਿੱਚੋਂ ਕੋਈ ਵੀ ਹੋਵੇ, ਜਾਂ ਉੱਪਰ ਦਿੱਤੇ ਸਾਰੇ। ਸੋ ਸਰਕਟ ਵਿੱਚ ਕਰੰਟ ਤਾਂ ਹੀ ਫਲੋ ਕਰ ਸਕਦਾ ਜੇ ਸਵਿਚ ਹੈ ਜਿਹੜਾ ਕਲੋਜ਼ ਹੋਏਗਾ। ਤਾਂ ਦੂਸਰਾ ਆਪਸ਼ਨ ਹੈ ਜਿਹੜਾ ਇਹਦਾ ਸਹੀ ਆਨਸਰ ਹੈ, ਜਦ ਸਵਿਚ ਕਲੋਜ਼ ਹੋਵੇ। ਚੌਥਾ ਕੁਐਸਚਨ ਹੈ ਸੈੱਲਾਂ ਨੂੰ ਸੀਰੀਜ਼ ਵਿੱਚ ਕਿਉਂ ਜੋੜਿਆ ਜਾਂਦਾ ਹੈ। ਸੋ ਸੈੱਲਾਂ ਨੂੰ ਸੀਰੀਜ਼ ਵਿੱਚ ਵੋਲਟੇਜ ਵਧਾਉਣ ਲਈ ਜਾਂ ਵੋਲਟੇਜ ਘਟਾਉਣ ਲਈ, ਕਰੰਟ ਵਧਾਉਣ ਲਈ ਜਾਂ ਕਰੰਟ ਘਟਾਉਣ ਲਈ ਕਿਸ ਹਾਲਤ ਦੇ ਲਈ ਜੋੜਿਆ ਜਾਂਦਾ ਹੈ, ਕਿਸ ਚੀਜ਼ ਦੇ ਲਈ ਜੋੜਿਆ ਜਾਂਦਾ। ਤਾਂ ਵੋਲਟੇਜ ਵਧਾਉਣ ਦੇ ਲਈ ਜੋੜਿਆ ਜਾਂਦਾ ਹੈ। ਇਸ ਲਈ ਪਹਿਲਾ ਆਨਸਰ ਇਹਦਾ ਸਹੀ ਹੈ ਕਿ ਸੈੱਲਾਂ ਨੂੰ ਸੀਰੀਜ਼ ਵਿੱਚ ਵੋਲਟੇਜ ਵਧਾਉਣ ਲਈ ਜੋੜਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਪੰਜਵਾਂ, ਤਕਨੀਕੀ ਭਾਗ ਨਾਲ ਸੰਬੰਧਿਤ। ਜਦੋਂ 3 ਓਮ ਦੀਆਂ ਦੋ ਰਜਿਸਟੈਂਸਾਂ ਨੂੰ ਸੀਰੀਜ਼ ਵਿੱਚ ਜੋੜਿਆ ਜਾਵੇ ਤਾਂ ਕੁੱਲ ਰਜਿਸਟੈਂਸ ਕਿੰਨੀ ਹੁੰਦੀ ਹੈ। ਸੋ ਰਜਿਸਟੈਂਸ ਨੂੰ ਸੀਰੀਜ਼ ਦੇ ਵਿੱਚ ਜੋੜਨ ਨਾਲ ਜਿਹੜਾ ਟੋਟਲ ਰਜਿਸਟੈਂਸ ਕਿੰਨਾ ਹੋ ਜਾਂਦਾ, ਜਿੰਨਾ ਇੰਡੀਵਿਜੂਅਲ ਰਜਿਸਟੈਂਸ ਹੈ ਉਹਨਾਂ ਸਾਰਿਆਂ ਦਾ ਸਮ ਹੈ ਜਿਹੜਾ ਉਹ ਹੋਏਗਾ। ਸੋ ਇੱਥੇ ਤੀਜੀ ਆਪਸ਼ਨ ਜਿਹੜੀ 6 ਓਮ ਉਹ ਸਹੀ ਆਨਸਰ ਹੈ। 3 ਓਮ ਦੀਆਂ ਦੋ ਰਜਿਸਟੈਂਸਾਂ ਨੂੰ ਸੀਰੀਜ਼ ਵਿੱਚ ਜੋੜਨ ਨਾਲ 6 ਓਮ ਰਜਿਸਟੈਂਸ ਹੋਏਗਾ। ਛੇਵਾਂ ਪ੍ਰਸ਼ਨ ਹੈ AC ਕਰੰਟ ਜਾਂ ਵੋਲਟੇਜ 1 ਸੈਕਿੰਡ ਵਿੱਚ ਜਿੰਨੇ ਚੱਕਰ ਸਾਈਕਲ ਪੂਰੇ ਕਰਦਾ ਉਸ ਨੂੰ ਕੀ ਕਿਹਾ ਜਾਂਦਾ ਹੈ। ਸੋ ਇਹਦਾ ਆਪਸ਼ਨ ਹੈ ਪਾਵਰ ਫੈਕਟਰ, ਐਂਪਲੀਟਿਊਡ, ਫਰੀਕੁਐਂਸੀ, ਪਾਵਰ। ਸੋ 1 ਸਕਿੰਟ ਵਿੱਚ ਕਿੰਨੇ ਚੱਕਰ ਪੂਰੇ ਕਰਦੀ ਹੈ ਵੋਲਟੇਜ ਸਪਲਾਈ ਜਾਂ ਕਰੰਟ AC ਵੋਲਟੇਜ, ਉਸ ਨੂੰ ਆਪਾਂ ਕਹਿੰਦੇ ਹਾਂ ਫਰੀਕੁਐਂਸੀ। ਸੋ ਦੂਸਰੀ ਆਪਸ਼ਨ ਇਹਦੇ ਵਿੱਚ ਸਹੀ ਆਨਸਰ ਹੈ। ਸੱਤਵਾਂ ਪ੍ਰਸ਼ਨ ਹੈ ਜਿਵੇਂ ਇਲੈਕਟ੍ਰੀਕਲ ਸਰਕਟ ਵਿੱਚ ਕਰੰਟ ਹੁੰਦਾ ਹੈ, ਮੈਗਨੈਟਿਕ ਸਰਕਟ ਵਿੱਚ ਕੀ ਹੁੰਦਾ ਹੈ। ਸੋ ਇਲੈਕਟ੍ਰਿਕ ਸਰਕਟ ਅਤੇ ਮੈਗਨੈਟਿਕ ਸਰਕਟ ਦੇ ਵਿੱਚ ਸਿਮਿਲਰਿਟੀਜ਼ ਕੀ ਹੁੰਦੀਆਂ, ਉਹਦੇ ਵਿੱਚੋਂ ਕੁਐਸਚਨ ਹੈ। ਸੋ ਇਲੈਕਟ੍ਰਿਕ ਸਰਕਟ ਵਿੱਚ ਜਿਵੇਂ ਕਰੰਟ ਹੁੰਦਾ ਉਵੇਂ ਮੈਗਨੈਟਿਕ ਸਰਕਟ ਵਿੱਚ ਰਿਲੈਕਟੈਂਸ ਹੁੰਦੀ ਹੈ, ਜਾਂ ਦੂਸਰੀ ਆਪਸ਼ਨ ਫਲਕਸ ਹੁੰਦਾ ਹੈ, ਜਾਂ ਫਲਕਸ ਡੈਂਟੀ ਹੁੰਦੀ ਹੈ, MMF ਹੁੰਦੀ ਹੈ। ਸੋ ਜਿਵੇਂ ਕਰੰਟ ਹੁੰਦਾ ਹੈ ਇਲੈਕਟ੍ਰਿਕ ਸਰਕਟ ਵਿੱਚ, ਸੇਮ ਸਿਮਿਲਰ ਕੁਆਂਟਿਟੀ ਜਿਹੜੀ ਮੈਗਨੈਟਿਕ ਸਰਕਟ ਦੇ ਵਿੱਚ ਉਹਨੂੰ ਫਲਕਸ ਬੋਲਦੇ ਆ। ਸੋ ਇਹਦਾ ਦੂਸਰਾ ਆਪਸ਼ਨ ਹੈ ਜਿਹੜਾ ਉਹ ਸਹੀ ਹੈ। 8ਵਾਂ ਕੁਐਸਚਨ ਹੈ 1 ਕਿਲੋਵਾਟ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ। ਸੋ 1 ਕਿਲੋਵਾਟ, ਕਿਲੋ ਮੀਨਸ 1000, ਵਾਟ ਮੀਨਸ ਵਾਟ। ਸੋ 1 ਕਿਲੋਵਾਟ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ। ਥਰਡ ਆਪਸ਼ਨ ਹੈ 1000 ਵਾਟ ਦੇ ਬਰਾਬਰ ਹੁੰਦਾ ਹੈ, 1000 ਵਾਟ। ਅਗਲਾ 9ਵਾਂ ਕੁਐਸਚਨ ਹੈ ਸਮੋਲ ਇਲੈਕਟ੍ਰਿਕ ਕਰੰਟ ਨੂੰ ਮਾਪਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਯੰਤਰ ਵਰਤਿਆ ਜਾਂਦਾ ਹੈ। ਘੱਟ ਜਿਹੜਾ ਕੁਆਂਟਿਟੀ ਦਾ ਇਲੈਕਟ੍ਰਿਕ ਕਰੰਟ ਹੈ ਉਹਨੂੰ ਮਾਪਣ ਦੇ ਲਈ ਵੋਲਟਮੀਟਰ, ਰਿਓਸਟੈਟ, ਵਾਟਮੀਟਰ, ਗਲਵੈਨੋਮੀਟਰ। ਚਾਰਾਂ ਵਿੱਚੋਂ ਕਿਹੜੇ ਯੰਤਰ ਦੀ ਵਰਤੋਂ ਹੁੰਦੀ ਹੈ। ਸੋ ਇੱਥੇ ਸਹੀ ਆਨਸਰ ਹੈ ਗਲਵੈਨੋਮੀਟਰ। ਭਾਰਤ ਵਿੱਚ ਬਿਜਲੀ ਸਪਲਾਈ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ। ਇੰਡੀਆ ਦੇ ਵਿੱਚ ਜਿਹੜੀ ਸਪਲਾਈ ਫ੍ਰੀਕੁਐਂਸੀ ਆ ਉਹ ਕਿੰਨੀ ਹੈ, ਆਪਾਂ ਨੂੰ ਪਤਾ ਹੈ ਕਿ 50 ਹਰਟਜ਼। ਸੋ ਸੈਕਿੰਡ ਆਪਸ਼ਨ ਹੈ ਜਿਹੜੀ ਉਹਦੀ ਸਹੀ ਆਪਸ਼ਨ ਹੈ। ਅਗਲਾ ਕੁਐਸਚਨ ਜਿਹੜਾ ਹੈ 11ਵਾਂ, ਟਰਾਂਸਫਾਰਮਰ ਵਿੱਚ ਤੇਲ ਦਾ ਕੰਮ ਕੀ ਹੁੰਦਾ ਹੈ। ਜਿਹੜਾ ਟਰਾਂਸਫਾਰਮਰ ਆਇਲ ਹੁੰਦਾ ਟੈਂਕ ਦੇ ਵਿੱਚ, ਉਹਦਾ ਕੀ ਕੰਮ ਹੁੰਦਾ ਹੈ। ਆਪਸ਼ਨਸ ਨੇ ਇੰਸੂਲੇਸ਼ਨ ਦੇਣਾ, ਦੂਸਰਾ ਹੈ ਕੋਰ ਨੂੰ ਠੰਡਾ ਰੱਖਣਾ,
तीसरा है दोवें उपर वाले पहला तो दूजा। चौथा है कोई नहीं। सो ਆਪਾਂ ਨੂੰ पता है कि ट्रांसफार्मर ऑयल का ਜਿਹੜਾ ਕੰਮ है इनसुलेशन ਦੇ ਨਾਲ ਜਿਹੜੀ कोर है ਉਹਨੂੰ ठंडा रखने का भी काम करता है। सो दोनों ऑप्शन सही ने, इसलिए तीजी ऑप्शन इत्थे सही आंसर है। इनसुलेशन देना तो कोर ਨੂੰ ठंडा रखना दोवें। सो तीजी ऑप्शन सही है। 12वां क्वेश्चन है ट्रांसफार्मर की कोर किस धातु की बनी होंगी है। ट्रांसफार्मर का ਜਿਹੜਾ कोर है ਉਹਦੀ मटीरियल की होंदा है, ਕਿਹੜੇ मैटल की बनी होंदी है। कॉपर, लोहे की, सिल्वर की, सिलिकॉन स्टील की। सो ट्रांसफार्मर की जी कोर है वो सिलिकॉन स्टील की बनी होंगी है। बनतर वाले पार्ट के थ्योरी के तुसीं पढ़ सकते हो डिटेल के। सो सिलिकॉन स्टील वाली ऑप्शन चौथी है जी, वो सही आंसर है। अगला क्वेश्चन है बकल्स रिले ट्रांसफार्मर की किस चीज़ तो सुरक्षा करती है। बकल्स रिले किहड़ी चीज़ तो सुरक्षा करती है ट्रांसफार्मर की। आसमानी बिजली तो, बाहरी फॉल्ट तो, अंदरूनी फॉल्ट तो, कोई नहीं। सो बकल्स रिले की थ्योरी तुसीं पढ़ सकते हो डिटेल के बुक्स के विचों, जो भी बुक्स तुसीं यूज़ कर रहे हो। सो बकल्स रिले का फंक्शनिंग की है कि इंटरनल फॉल्ट कोई भी होवे ट्रांसफार्मर का उस तो प्रोटैक्शन करती है ट्रांसफार्मर की। सो तीजी ऑप्शन इत्थे सही आंसर है। ट्रांसफार्मर की लोड वाली साइड नूं की कहते हैं। 14वां क्वेश्चन है ट्रांसफार्मर की लोड वाली साइड नूं की कहा जाता है जां की कहते हैं। प्राइमरी वाइंडिंग, सैकेंडरी वाइंडिंग, दोवें या कोई नहीं। सो प्राइमरी तो सैकेंडरी दोनों वाइंडिंग होंगे। जिधरों सप्लाई कनैक्ट करते हैं इनपुट देने वो प्राइमरी वाइंडिंग, जी लोड वाली साइड है जिधर लोड कनैक्ट करते हैं वो सैकेंडरी वाइंडिंग अखवाती है। सो दूसरी ऑप्शन इत्थे सही आंसर है सैकेंडरी वाइंडिंग। अगला क्वेश्चन है 15वां OLTC ऑन लोड टैप चेंजर ट्रांसफार्मर की किस साइड पर लगा होंदा है। OLTC ट्रांसफार्मर की HV साइड की वाइंडिंग ते लग्या होंदा। सो ये ऑप्शनस ने HV साइड की वाइंडिंग ते, LV साइड की लो वोल्टेज साइड की वाइंडिंग ते, दोवें या कोई नहीं। सो ये पहला ऑप्शन है जिहड़ा HV साइड की वाइंडिंग ते, ये सही आंसर है। 16वां क्वेश्चन है जनरेटर की रेटिंग किस विच हुंदी है। किहड़े यूनिट के नाल आपां जनरेटर की रेटिंग है जिहड़ी वो लैके चलते हैं, किलोवाट दे विच, या सैकेंड ऑप्शन है किलोवोल्ट एम्पीयर KVA दे विच, या किलोवाट आर दे विच, थर्ड ऑप्शन KWH, चौथी ऑप्शन है KVAR। सो जनरेटर की जी रेटिंग है वो KVA दे विच हुंदी है, किलोवोल्ट एम्पीयर दे विच। सो थर्ड सैकेंड ऑप्शन है जी वो सही आंसर है। 17वां क्वेश्चन इत्थे है बिजली दीयां लाइनां उपर काम करन वेले आरजी अर्थ कित्थे करनी चाहिदी है। जदों बिजली दीयां लाइनां दे उपर काम कर रहे ने जिहड़े इलैक्ट्रीशियन, उदों कित्थे अर्थ करनी चाहिए। आरजी अर्थ करते हैं काम करने वाली जगह के अगे, काम करने वाली जगह के पिछे, काम करने वाली जगह के दोनों पासे, काम करने वाली जगह के कोल। सो इत्थे ऑप्शनस जिहड़ियां हैं थर्ड काम करने वाली जगह के दोनों पासे वाली ऑप्शन है जी सही आंसर है। 18वां है बैटरी की स्पैसिफिक ग्रैविटी किस यंत्र नाल मापते हैं। बैटरी की स्पैसिफिक ग्रैविटी है जी वो हाइड्रोमीटर के नाल मापी जाती है। सो सैकेंड ऑप्शन इत्थे सही है हाइड्रोमीटर। 19वां क्वेश्चन है करंट ट्रांसफार्मर जिसनों शॉर्ट के CT भी बोलिया जाता है, करंट ट्रांसफार्मर किस काम लई वरत्या जाता है। ये ऑप्शनस ने मेजरमेंट लई, प्रोटैक्शन लई, सुरक्षा के लिए। थर्ड ऑप्शन है मेजरमेंट ते प्रोटैक्शन दोनों के लिए। चौथा है कोई नहीं। सो प्रोटैक्शन के लिए भी CT यूज़ करते हैं तो मेजरमेंट के लिए भी। सो थर्ड ऑप्शन ये सही उत्तर है। 20वां क्वेश्चन है 3 फेज़ LT केबल किहड़े रंग नाल दर्शाई जाती है। 3 फेज़ LT केबल है जी लाल रंग की ऑप्शन नाल दर्शाई जाती है, जामनी रंग की ऑप्शन है, हरी है, या चौथा है लाल, पीली, नीली और काली। सो 3 फेज़ LT केबल है जी उहदे विच लाल, पीली, नीली ते काली चारों कलर के जिहड़े इंटरनल कंडक्टर के कलर होंगे हैं। सो चौथी ऑप्शन ये सही ऑप्शन है। अगला क्वेश्चन है 21वां अर्थिंग पिट विच लूण की वरतों क्यों की जाती है। अर्थिंग वाला टॉपिक तुसीं थ्योरी डिटेल दे विच पढ़ सकते हो। अर्थिंग पिट विच लूण की वरतों पहली ऑप्शन है अर्थ फॉल्ट समय घट रजिस्टेंस बनाने लई, अर्थ फॉल्ट समय रजिस्टेंस नूं वधाउण दे लई, खर्चा घट करन लई, अर्थिंग पिट नूं सोहਣਾ बनाउण दे लई। सो इत्थे अर्थिंग जिहड़ी पिट दे विच लूण आपां वरतों करदे हां रजिस्टेंस घट रजिस्टेंस बनाउण दे लई हुंदी है ताकि मैक्सिमम करंट है जिहड़ा फॉल्ट करंट वो अर्थ दे राहीं इहदे राहीं फ्लो करे। सो अर्थ फॉल्ट समय घट रजिस्टेंस बनाउण दे लई लूण दी वरतों कीती जांदी है। 22वां क्वेश्चन है घाह ते कपड़े की अग किस नाल बुझाई जाती है। यह जिहड़ी ऑप्शनस ने पानी नाल, रेत नाल, पानी अते रेत दोवां नाल, हवा नाल। इत्थे पानी अते रेत दोवां दे नाल जिहड़ी घाह ते कपड़े की अग बुझाई जा सकती है। उस थर्ड ऑप्शन जिहड़ा सही आंसर है। 23वां क्वेश्चन है उचाई ते काम करने वेले सानूं की पहनना चाहिए है। उचाई ते काम करने वेले हैलमट, दूसरा है सेफ्टी बेल्ट, थर्ड ऑप्शन है हैलमट ते सेफ्टी बेल्ट दोवें, चौथा है चप्पलां। सो हैलमट भी जरूरी है हाइट के उपर, उचाई ते काम करने वेले, और सेफ्टी बेल्ट भी जरूरी है। सो तीजा ऑप्शन है जिहड़ा वो सही है।
ਚੌਥਾ ਹੈ 24ਵਾਂ ਹੈ ਬਿਜਲੀ ਬਣਾਉਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ। ਬਿਜਲੀ ਬਣਾਉਣ ਵਾਲੀ ਮਸ਼ੀਨ ਨੂੰ ਮੋਟਰ ਕਿਹਾ ਜਾਂਦਾ ਪਹਿਲੀ ਆਪਸ਼ਨ। ਦੂਜਾ ਹੈ ਜਨਰੇਟਰ। ਤੀਜਾ ਹੈ ਟਰਬਾਈਨ। ਅਗਲਾ ਹੈ ਪੰਪ। ਸੋ ਬਿਜਲੀ ਬਣਾਉਣ ਵਾਲੀ ਜਿਹੜੀ ਮਸ਼ੀਨ ਹੈ ਉਹਨੂੰ ਜਨਰੇਟਰ ਕਿਹਾ ਜਾਂਦਾ ਹੈ, ਜਨਰੇਟ ਕਰਦੀ ਜਿਹੜੀ ਬਿਜਲੀ। ਸੋ ਨਾਮ ਤੋਂ ਇਹ ਤੋਂ ਇੰਡੀਕੇਸ਼ਨ ਮਿਲ ਜਾਂਦੀ ਹੈ ਜਨਰੇਟਰ। ਅਗਲਾ ਹੈ LED ਲੈਂਪ ਨੂੰ ਕਿਉਂ ਜ਼ਿਆਦਾ ਚੰਗਾ ਸਮਝਿਆ ਜਾਂਦਾ ਹੈ। ਪਹਿਲੀ ਆਪਸ਼ਨ ਹੈ ਜ਼ਿਆਦਾ ਰੌਸ਼ਨੀ ਅਤੇ ਘੱਟ ਵਾਟੇਜ ਕਰਕੇ। ਦੂਸਰਾ ਹੈ ਸਸਤਾ ਹੋਣ ਕਰਕੇ। ਥਰਡ ਹੈ ਸੋਹਣਾ ਹੋਣ ਕਰਕੇ। ਚੌਥਾ ਹੈ ਜ਼ਿਆਦਾ ਰੌਸ਼ਨੀ ਕਰਕੇ। ਸੋ ਪਹਿਲੀ ਆਪਸ਼ਨ ਇਹਦੇ ਵਿੱਚ ਸਹੀ ਆਂਸਰ ਹੈ ਜ਼ਿਆਦਾ ਰੌਸ਼ਨੀ ਦਿੰਦਾ LED ਲੈਂਪ, ਔਰ ਵਾਟੇਜ ਆ ਜਿਹੜੀ ਉਹਦੀ ਘੱਟ ਹੁੰਦੀ ਹੈ, ਕੰਜੰਪਸ਼ਨ ਹੈ ਜਿਹੜੀ એનર્ਜੀ ਦੀ ਉਹ ਘੱਟ ਲੈਂਦੇ ਆ। ਸੋ ਇਹਦੇ ਕਰਕੇ ਇਹਨੂੰ ਚੰਗਾ ਸਮਝਿਆ ਜਾਂਦਾ LED ਲੈਂਪ ਨੂੰ। ਇਹ 25 ਕੁਐਸਚਨ ਨੇ ਜਿਹੜੇ ਸੈਂਪਲ ਕੁਐਸਚਨ ਪੇਪਰ ਦੇ ਤਕਨੀਕੀ ਭਾਗ ਦੇ। ਵੈਸੇ 50 ਕੁਐਸਚਨ ਆਏ ਸੀ ਪੇਪਰ ਦੇ ਵਿੱਚ, ਇੱਥੇ 25 ਕੁਐਸਚਨ ਜਿਹੜੇ ਸੈਂਪਲ ਦੇ ਤੌਰ 'ਤੇ ਦਿੱਤੇ ਗਏ ਆ। ਅੱਗੇ ਪਾਰਟ 2 ਹੈ ਜਿਹੜਾ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਹੈ। ਇਹਦੇ 20 ਕੁਐਸਚਨ ਸੀਗੇ ਸਿਲੇਬਸ ਦੇ ਵਿੱਚ, 20 ਕੁਐਸਚਨ ਪੁੱਛੇ ਜਾਣੇ ਸੀ। ਇਹ ਆਪਾਂ ਡਿਸਕਸ ਕਰਦੇ ਹਾਂ। ਪਹਿਲੇ ਕੁਐਸਚਨ ਦੇ ਵਿੱਚ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਹੁੰਦੀ ਹੈ। ਦੇਵਨਾਗਰੀ, ਰੋਮਨ, ਫਾਰਸੀ, ਗੁਰਮੁਖੀ। ਸੋ ਇੱਥੇ ਗੁਰਮੁਖੀ ਲਿਪੀ ਹੈ ਜਿਹੜੀ ਉਹ ਵਰਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ। ਸੋ ਇੱਥੇ ਚੌਥੀ ਆਪਸ਼ਨ ਜਿਹੜੀ ਸੱਸਾ ਉਹ ਸਹੀ ਉੱਤਰ ਹੈ। ਦੂਸਰਾ ਪ੍ਰਸ਼ਨ ਹੈ ਮਾਮਾ ਦਾ ਇਸਤਰੀ ਲਿੰਗ ਕੀ ਹੈ। ਬੜਾ ਸਿੰਪਲ ਕੁਐਸਚਨ ਹੈ ਕਿ ਮਾਮਾ ਦਾ ਇਸਤਰੀ ਲਿੰਗ ਕੀ ਹੈ। ਮਾਮੀ। ਤੀਜੀ ਆਪਸ਼ਨ ਹੈ ਜਿਹੜੀ ਈੜੀ ਉਹ ਸਹੀ ਉੱਤਰ ਹੈ। ਅਗਲਾ ਹੈ ਕਿਹੜਾ ਸ਼ਬਦ ਦੂਰ ਦਾ ਵਿਰੋਧੀ ਸ਼ਬਦ ਨਹੀਂ ਹੈ। ਸੋ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹਨਾ ਹੈ, ਇਹ ਨਹੀਂ ਕਰਨਾ ਕਾਹਲੀ ਦੇ ਵਿੱਚ ਕਿ ਕਿਹੜਾ ਸ਼ਬਦ ਦੂਰ ਦਾ ਵਿਰੋਧੀ ਸ਼ਬਦ ਹੈ। ਵਿਰੋਧੀ ਸ਼ਬਦ ਨਹੀਂ ਹੈ ਲਿਖਿਆ ਹੈ। ਸੋ ਵਿਰੋਧੀ ਸ਼ਬਦ ਕਿਹੜਾ ਨਹੀਂ ਹੈ। ਕੋਲ, ਪਾਸ, ਨੇੜੇ, ਤਿੰਨੋਂ ਹੈ ਜਿਹੜੇ ਦੂਰ ਤੋਂ ਉਲਟੇ ਸ਼ਬਦ ਹੈ। ਸੋ ਵਿਰੋਧੀ ਸ਼ਬਦ ਕਿਹੜਾ ਨਹੀਂ ਹੈ। ਸਾਹਮਣੇ, ਸਾਹਮਣੇ ਵਾਲਾ ਜਿਹੜਾ ਉਹ ਦੂਰ ਦਾ ਵਿਰੋਧੀ ਸ਼ਬਦ ਨਹੀਂ ਹੈਗਾ। ਸੋ ਆੜਾ ਜਿਹੜਾ ਉੱਤਰ ਸਹੀ ਹੈ। ਕੁੱਤਾ ਦਾ ਬਹੁਵਚਨ ਕੀ ਹੁੰਦਾ ਹੈ। ਕੁੱਤਾ ਦਾ ਬਹੁਵਚਨ ਜਿਹੜਾ ਹੈ ਕੁੱਤੇ, ਕਤੂਰੇ, ਕੁੱਤੀ, ਕਤੂਰੀ। ਚਾਰੋਂ ਆਪਸ਼ਨ ਦੇ ਵਿੱਚੋਂ ਕੁੱਤੇ ਆਪਸ਼ਨ ਹੈ ਜਿਹੜਾ ਊੜਾ ਉਹ ਸਹੀ ਹੈ। ਕੁੱਤਾ, ਕੁੱਤੇ ਲਿਖਦੇ ਹਾਂ ਆਪਾਂ ਬਹੁਵਚਨ ਲਿਖਣ ਵੇਲੇ। ਸੋ ਅਗਲਾ ਪ੍ਰਸ਼ਨ ਹੈ ਮੁਹਾਵਰਾ ਪੂਰਾ ਕਰੋ। ਊਠ ਦੇ ਗਲ ਵਿੱਚ ਟੱਲੀ। ਆੜਾ ਪ੍ਰਸ਼ਨ, ਆੜਾ ਜਿਹੜਾ ਆਪਸ਼ਨ ਹੈ ਇਹਦੇ ਵਿੱਚ ਸਹੀ ਹੈ। ਘੁੰਗਰੂ, ਟੱਲੀ, ਹਾਰ, ਜੀਰਾ। ਇੱਥੇ ਜਿਹੜੀ ਆਪਸ਼ਨ ਆੜਾ ਹੈ ਉਹ ਸਹੀ ਹੈ। ਊਠ ਦੇ ਗਲ ਵਿੱਚ ਟੱਲੀ। ਸੋ ਅਗਲਾ ਹੈ ਪੰਜਾਬੀ ਲਿਪੀ ਵਿੱਚ ਕਿੰਨੇ ਅੱਖਰ ਹੁੰਦੇ ਹਨ। ਪੰਜਾਬੀ ਲਿਪੀ ਵਿੱਚ 35 ਅੱਖਰ ਹੁੰਦੇ ਨੇ। ਸੋ ਇਹਦੇ 'ਚ ਆਪਸ਼ਨ ਦਿੱਤੀਆਂ 20, 35, 40 ਅਤੇ 50। 35 ਵਾਲੀ ਆਪਸ਼ਨ ਆੜਾ ਜਿਹੜੀ ਉਹ ਸਹੀ ਉੱਤਰ ਹੈ ਇਹਦਾ। ਮੁਹਾਵਰਾ ਪੂਰਾ ਕਰਨਾ ਹੈ ਅਗਲੇ ਕੁਐਸਚਨ ਦੇ ਵਿੱਚ। ਘਮੰਡੀ ਦਾ ਸਿਰ, ਆਪਸ਼ਨਸ ਨੇ ਆਪਣੇ ਕੋਲ ਨੀਵਾਂ, ਉੱਚਾ, ਖੱਬਾ, ਸੱਜਾ। ਸੋ ਘਮੰਡੀ ਦਾ ਸਿਰ ਨੀਵਾਂ ਜਿਹੜਾ ਹੈ ਇਹ ਆਪਾਂ ਆਮ ਪੜ੍ਹਦੇ ਸੁਣਿਆ ਪੜ੍ਹਿਆ ਵੀ ਹੈ। ਘਮੰਡੀ ਦਾ ਸਿਰ ਨੀਵਾਂ ਵਾਲਾ ਜਿਹੜਾ ਸ਼ਬਦ ਆ ਉਹ ਨੀਵਾਂ ਇੱਥੇ ਆ ਜਾਏਗਾ। ਊੜਾ ਆਪਸ਼ਨ ਸਹੀ ਹੈ। ਅਗਲਾ ਹੈ 8ਵਾਂ ਮਿੱਠਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਹੈ। ਮਿੱਠਾ ਦਾ ਵਿਰੋਧੀ ਸ਼ਬਦ ਨਮਕੀਨ, ਮਿਠਾਸ, ਬੇਸਵਾਦ, ਕੌੜਾ। ਸੋ ਮਿੱਠਾ ਦਾ ਉਲਟ ਸ਼ਬਦ ਹੈ ਜਿਹੜਾ ਵਿਰੋਧੀ ਸ਼ਬਦ ਉਹ ਕੌੜਾ ਹੈ। ਸੱਸਾ ਆਪਸ਼ਨ ਇੱਥੇ ਸਹੀ ਉੱਤਰ ਹੈ। ਇਹ ਸੀ 8ਵਾਂ ਪ੍ਰਸ਼ਨ ਪੰਜਾਬੀ ਵਿਆਕਰਨ ਦਾ। 9ਵਾਂ ਪ੍ਰਸ਼ਨ ਹੈ ਕਬੂਤਰਾਂ ਨੂੰ ਦਾਣਾ ਪਾਉਣ ਨੂੰ ਕੀ ਕਿਹਾ ਜਾਂਦਾ ਹੈ। ਸੋ ਕਬੂਤਰਾਂ ਨੂੰ ਦਾਣਾ ਪਾਉਣ ਨੂੰ ਕੀ ਕਿਹਾ ਜਾਂਦਾ। ਇਹਦੇ ਲਈ 4 ਆਪਸ਼ਨ ਨੇ। ਦਾਣਾ ਪਾਉਣਾ, ਨਾਸ਼ਤਾ ਪਾਉਣਾ, ਚੋਗਾ ਪਾਉਣਾ। ਇਹਨਾਂ ਵਿੱਚੋਂ ਕੋਈ ਨਹੀਂ। ਸੋ ਚੋਗਾ ਪਾਉਣਾ ਜਿਹੜਾ ਟਿਪੀਕਲ ਵਰਡ ਹੈ ਪੰਜਾਬੀ ਦਾ। ਸੋ ਕਬੂਤਰਾਂ ਨੂੰ ਦਾਣਾ ਪਾਉਣ ਨੂੰ ਚੋਗਾ ਪਾਉਣਾ ਕਿਹਾ ਜਾਂਦਾ। ਈਡੀ ਆਪਸ਼ਨ ਹੈ ਜਿਹੜੀ ਉਹ ਸਹੀ ਉੱਤਰ ਹੈ। 10ਵਾਂ ਕੁਐਸਚਨ ਹੈ ਉਹ ਅੱਗ ਬਬੂਲਾ ਹੋ ਗਿਆ ਤੋਂ ਕੀ ਭਾਵ ਹੈ। ਅੱਗ ਬਬੂਲਾ ਹੋਣਾ ਆਪਾਂ ਇਹ ਵੀ ਆਮ ਪੜ੍ਹਿਆ ਸੁਣਿਆ ਹੋਣਾ ਤੁਸੀਂ ਕਿ ਬਹੁਤ ਗੁੱਸੇ ਹੋ ਜਾਣਾ। ਸੋ ਈਡੀ ਆਪਸ਼ਨ ਹੈ ਇਹਦੇ ਵਿੱਚ ਜਿਹੜਾ ਸਹੀ ਹੈ। ਹੱਸਣ ਲੱਗਾ, ਰੋਣ ਲੱਗਾ, ਪਿਆਰ ਕਰਨ ਲੱਗਾ, ਇਹ ਰੋਂਗ ਆਨਸਰਸ ਨੇ। ਸੋ ਕਰੈਕਟ ਆਨਸਰ ਹੈ ਜਿਹੜਾ ਇਹਦੇ ਵਿੱਚ ਬਹੁਤ ਗੁੱਸੇ ਹੋ ਗਿਆ। ਈਡੀ ਵਾਲੀ ਆਪਸ਼ਨ ਸਹੀ ਹੈ। ਅੱਗ ਬਬੂਲਾ ਹੋਣਾ, ਬਹੁਤ ਗੁੱਸੇ ਹੋਣਾ। ਸੋ ਇਹ 10 ਪ੍ਰਸ਼ਨ ਸੀ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ। ਵੈਸੇ 20 ਕੁਐਸਚਨ ਪੁੱਛੇ ਨੇ ਸੈਂਪਲ ਦੇ ਤੌਰ 'ਤੇ, ਨਮੂਨੇ ਦੇ ਤੌਰ 'ਤੇ ਤੁਹਾਡੇ ਨਾਲ ਇਹ 10 ਕੁਐਸਚਨ ਹੈ ਜਿਹੜੇ ਉਹ ਡਿਸਕਸ ਕੀਤੇ। ਅਗਲਾ ਪਾਰਟ ਹੈ 3 ਭਾਗ ਤੀਜਾ ਆਮ ਗਿਆਨ। 10 ਪ੍ਰਸ਼ਨ ਇਹਦੇ 'ਚ ਪੁੱਛੇ ਜਾਣੇ ਆ। ਸੋ ਆਮ ਗਿਆਨ ਜਿਹਨੂੰ ਆਪਾਂ ਜਨਰਲ ਨੌਲੇਜ ਬੋਲਦੇ ਹਾਂ, ਪੰਜਾਬ ਰਾਜ ਨਾਲ ਸੰਬੰਧਿਤ ਜਿਹੜੀ GK ਹੈ ਉਹਦੇ ਨਾਲ ਸੰਬੰਧਿਤ ਪ੍ਰਸ਼ਨ ਇਹਦੇ ਵਿੱਚ ਆਏ ਸੀ। ਪਹਿਲਾ ਪ੍ਰਸ਼ਨ ਹੈ ਸਿੱਖਾਂ ਦੇ 8ਵੇਂ ਗੁਰੂ ਸਾਹਿਬਾਨ ਜੀ ਦਾ ਨਾਮ ਕੀ ਹੈ। ਸੋ ਇਹਦੇ 'ਚ 4 ਆਪਸ਼ਨ ਜਿਹਨੇ ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਸ਼੍ਰੀ ਗੁਰੂ ਹਰ ਰਾਏ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸੋ ਇਹਦੇ ਵਿੱਚ ਜਿਹੜੇ ਸਿੱਖਾਂ ਦੇ 8ਵੇਂ ਗੁਰੂ ਨੇ ਉਹਨਾਂ ਦਾ ਨਾਮ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਸੋ ਆੜਾ ਆਪਸ਼ਨ ਹੈ ਜਿਹੜੀ ਉਹ ਸਹੀ ਉੱਤਰ ਹੈ। ਦੂਸਰਾ ਪ੍ਰਸ਼ਨ ਹੈ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਕਿਸ ਪਾਰਟੀ ਨਾਲ ਸੰਬੰਧਿਤ ਹੈ। ਇਹ ਟਾਈਮ ਟੂ ਟਾਈਮ ਬਦਲ ਸਕਦਾ। ਇਹ ਨਮੂਨੇ ਦਾ ਪ੍ਰਸ਼ਨ ਹੈ, ਸਿਰਫ ਨਮੂਨਾ ਪ੍ਰਸ਼ਨ ਹੈ। ਪਹਿਲੀ ਆਪਸ਼ਨ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ। ਸੋ 4 ਆਪਸ਼ਨਸ ਨੇ। ਚਾਰਾਂ ਦੇ ਵਿੱਚੋਂ ਉਸ ਟਾਈਮ 'ਤੇ ਕਿਹੜਾ ਪਾਰਟੀ ਦਾ ਮੁੱਖ ਮੰਤਰੀ ਆ ਉਹ ਤੁਸੀਂ ਆਪਸ਼ਨ ਦੇ ਸਕਦੇ ਹੋ। ਸੋ ਅਗਲਾ ਹੈ ਤੀਜਾ ਪ੍ਰਸ਼ਨ ਪੰਜਾਬ ਵਿੱਚ ਬਿਜਲੀ ਦੀ ਮੰਗ ਕਿਹੜੀ ਫਸਲ ਵੇਲੇ ਵੱਧ ਹੁੰਦੀ ਹੈ। ਕਣਕ, ਝੋਨਾ, ਸਰੋਂ, ਮੂੰਗੀ। ਸੋ ਆਪਾਂ ਨੂੰ ਆਮ ਪਤਾ ਹੈ ਕਿ
ਝੋਨੇ ਦਾ ਸੀਜ਼ਨ ਹੈ ਜਿਹੜਾ ਉਦੋਂ ਪੈਡੀ ਸੀਜ਼ਨ ਜਿਸ ਨੂੰ ਬੋਲਦੇ ਹਾਂ, ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜੀ ਬਿਜਲੀ ਦੀ ਮੰਗ ਹੈ, ਜਿਹੜੀ ਪਾਵਰ ਦੀ ਡਿਮਾਂਡ ਹੈ, ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸੋ ਝੋਨਾ ਆਪਸ਼ਨ ਹੈ ਇੱਥੇ ਸਹੀ ਉੱਤਰ ਹੈ। ਚੌਥਾ ਪ੍ਰਸ਼ਨ ਹੈ ਪੰਜਾਬ ਨਾਲ ਇਹਨਾਂ ਵਿੱਚੋਂ ਕਿਸ ਦੇਸ਼ ਦੀ ਸੀਮਾ ਲੱਗਦੀ ਹੈ? ਕਿਹੜੇ ਦੇਸ਼ ਦੀ, ਕਿਹੜੇ ਕੰਟਰੀ ਦੀ ਜਿਹੜੀ ਬਾਉਂਡਰੀ ਹੈ, ਬਾਰਡਰ ਹੈ, ਉਹ ਲੱਗਦਾ ਹੈ? ਪਹਿਲੀ ਆਪਸ਼ਨ ਹੈ ਪਾਕਿਸਤਾਨ, ਦੂਸਰਾ ਹੈ ਅਮਰੀਕਾ, ਕੈਨੇਡਾ, ਕੀਨੀਆ। ਸੋ ਚਾਰਾਂ ਦੇ ਵਿੱਚੋਂ ਜਿਹੜਾ ਹੈ ਊੜਾ ਜਿਹੜਾ ਭਾਗ ਹੈ ਇਹਦਾ ਆਨਸਰ ਦਾ ਊੜਾ ਆਪਸ਼ਨ ਪਾਕਿਸਤਾਨ। ਸੋ ਪੰਜਾਬ ਨਾਲ ਪਾਕਿਸਤਾਨ ਦੀ ਹੱਦ ਹੈ ਜਿਹੜੀ ਲੱਗਦੀ ਹੈ, ਸੀਮਾ ਲੱਗਦੀ ਹੈ। ਸੋ ਊੜਾ ਆਪਸ਼ਨ ਸਹੀ ਹੈ। ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਮਾਝਾ ਖੇਤਰ ਨਾਲ ਸੰਬੰਧ ਰੱਖਦਾ ਹੈ? ਪੰਜਾਬ ਦਾ ਕਿਹੜਾ ਜ਼ਿਲ੍ਹਾ ਜਿਹੜਾ ਮਾਝਾ ਖੇਤਰ ਦੇ ਨਾਲ ਸੰਬੰਧ ਰੱਖਦਾ, ਜਿਹੜਾ ਮਾਝੇ ਦੇ ਵਿੱਚ ਆਉਂਦਾ ਹੈ? ਸੋ ਤਰਨਤਾਰਨ, ਹੁਸ਼ਿਆਰਪੁਰ, ਪਟਿਆਲਾ, ਫਰੀਦਕੋਟ। ਇੱਥੇ ਆਪਾਂ ਨੂੰ ਪਤਾ ਕਿ ਮਾਝੇ ਦਾ ਜਿਹੜਾ ਏਰੀਆ ਉਹ ਤਰਨਤਾਰਨ ਅੰਮ੍ਰਿਤਸਰ ਵਾਲੀ ਸਾਈਡ ਹੈ। ਸੋ ਤਰਨਤਾਰਨ ਊੜਾ ਆਪਸ਼ਨ ਸਹੀ ਹੈ। ਜਿਹੜਾ ਦੂਸਰਾ ਹੈ ਹੁਸ਼ਿਆਰਪੁਰ, ਉਹ ਦੁਆਬੇ ਦੇ ਵਿੱਚ ਹੈ। ਪਟਿਆਲਾ, ਫਰੀਦਕੋਟ ਮਾਲਵੇ ਖੇਤਰ ਦੇ ਨਾਲ ਸੰਬੰਧਿਤ ਨੇ। ਇਹ ਹੈ ਪੰਜਵਾਂ ਪ੍ਰਸ਼ਨ। ਸੋ ਤਰਨਤਾਰਨ ਜਿਹੜਾ ਮਾਝੇ ਦੇ ਖੇਤਰ ਦੇ ਨਾਲ ਸੰਬੰਧਿਤ ਜ਼ਿਲ੍ਹਾ ਹੈ। ਅਗਲੇ ਪ੍ਰਸ਼ਨ ਨੇ ਤਰਕ ਗਿਆਨ ਨਾਲ ਸੰਬੰਧਿਤ, ਤਰਕ ਗਿਆਨ ਭਾਗ ਚੌਥਾ। ਇਹਦੇ ਵੀ 10 ਪ੍ਰਸ਼ਨ ਪੁੱਛੇ ਗਏ ਸੀ। ਸੋ ਤਰਕ ਵਾਲੇ ਪ੍ਰਸ਼ਨ ਜਿਹੜੇ ਉਹਦੇ 'ਚੋਂ ਪਹਿਲਾ ਪ੍ਰਸ਼ਨ ਹੈ ਮੋਚੀ ਚਮੜਾ, ਟੇਲਰ ਅੱਗੇ ਕੁਐਸਚਨ ਮਾਰਕ ਹੈ। ਜਿਵੇਂ ਮੋਚੀ ਦਾ ਸੰਬੰਧ ਹੈ ਜਿਹੜਾ ਚਮੜੇ ਦੇ ਨਾਲ ਹੈ, ਤਾਂ ਉਸੇ ਤਰ੍ਹਾਂ ਟੇਲਰ ਦਾ ਸੰਬੰਧ ਅੱਗੇ ਕੁਐਸਚਨ ਮਾਰਕ ਦਿੱਤਾ ਹੈ। ਕਿਹੜੇ ਜਿਹੜਾ ਪਾਰਟ ਨਾਲ ਹੈ, ਲੱਕੜ ਨਾਲ ਜਾਂ ਲੋਹੇ ਨਾਲ ਜਾਂ ਕੰਪਿਊਟਰ ਨਾਲ ਜਾਂ ਕੱਪੜੇ ਨਾਲ? ਸੋ ਆਪਾਂ ਨੂੰ ਅੰਡਰਸਟੂਡ ਹੈ, ਕਲੀਅਰ ਹੈ ਕਿ ਟੇਲਰ ਹੈ ਜਿਹੜਾ ਉਹ ਕੱਪੜੇ ਦਾ ਕੰਮ ਕਰਦਾ ਹੈ, ਮੋਚੀ ਚਮੜੇ ਦਾ ਕੰਮ ਕਰਦਾ, ਉਸੇ ਤਰ੍ਹਾਂ ਟੇਲਰ ਕੱਪੜੇ ਦਾ ਕੰਮ ਕਰਦਾ ਹੈ। ਸੱਸਾ ਆਪਸ਼ਨ ਹੈ ਜਿਹੜੀ ਉਹ ਸਹੀ ਉੱਤਰ ਹੈ। ਦੂਸਰਾ ਪ੍ਰਸ਼ਨ ਹੈ ਤਰਕ ਗਿਆਨ ਨਾਲ ਸੰਬੰਧਿਤ, ਹੇਠ ਕੇ ਸ਼ਬਦਾਂ ਵਿੱਚੋਂ ਵੱਖਰਾ ਸ਼ਬਦ ਚੁਣੋ। ਵੱਖਰਾ ਸ਼ਬਦ ਚੁਣਨਾ ਹੈ ਨੱਕ, ਅੱਖ, ਬੁੱਲ, ਪੈਰ। ਸੋ ਨੱਕ, ਅੱਖ ਅਤੇ ਬੁੱਲ ਤਿੰਨੋਂ ਆਪਣੇ ਫੇਸ ਦੇ ਪਾਰਟ ਹੈ। ਸੋ ਇੱਥੋਂ ਉੱਪਰਲੇ ਹੈੱਡ ਸਾਈਡ 'ਤੇ ਪਾਰਟ ਹੈ। ਪੈਰ ਹੈ ਜਿਹੜਾ ਉਹ ਬਿਲਕੁਲ ਬਾਟਮ 'ਤੇ ਹੈ। ਸੋ ਵੱਖਰਾ ਸ਼ਬਦ ਕਿਹੜਾ ਹੋ ਗਿਆ? ਸੱਸੇ ਵਾਲਾ ਪੈਰ। ਉਸ ਤੋਂ ਬਾਅਦ ਹੈ ਜੇਕਰ 15 ਸਤੰਬਰ 2000 ਨੂੰ ਸ਼ੁੱਕਰਵਾਰ ਹੈ, ਦਿਨ ਸ਼ੁੱਕਰਵਾਰ ਹੈ 15 ਸਤੰਬਰ 2000 ਨੂੰ, ਤਾਂ 23 ਸਤੰਬਰ 2000 ਨੂੰ ਕਿਹੜਾ ਦਿਨ ਹੋਵੇਗਾ? ਸੋ ਹਫ਼ਤੇ ਦੇ 7 ਦਿਨ ਹੁੰਦੇ ਆ, 15 ਅਤੇ 7 22। 22 ਸਤੰਬਰ 2000 ਨੂੰ ਜਿਹੜਾ ਹੈ ਸ਼ੁੱਕਰਵਾਰ ਹੋਵੇਗਾ ਦੁਬਾਰਾ। ਉਸ ਤੋਂ ਅਗਲਾ ਦਿਨ ਜਿਹੜਾ 22 ਤੋਂ ਅਗਲਾ 23 ਸਤੰਬਰ ਦਾ ਪੁੱਛਿਆ, ਤਾਂ 23 ਸਤੰਬਰ ਨੂੰ ਸ਼ਨੀਵਾਰ ਹੋਵੇਗਾ। ਤਾਂ ਈਡੀ ਆਪਸ਼ਨ ਹੈ ਜਿਹੜਾ ਇਹਦੇ ਵਿੱਚ ਉਹ ਸਹੀ ਉੱਤਰ ਹੈ ਸ਼ਨੀਵਾਰ। ਅਗਲਾ ਪ੍ਰਸ਼ਨ ਹੈ ਤਰਕ ਗਿਆਨ ਦੇ ਨਾਲ ਸੰਬੰਧਿਤ, ਚੌਥਾ ਪ੍ਰਸ਼ਨ। ਅਮਨ 40 ਮੁੰਡਿਆਂ ਦੀ ਕਤਾਰ ਵਿੱਚ ਸੱਜੇ ਸਿਰੇ ਤੋਂ 14ਵੇਂ ਸਥਾਨ 'ਤੇ ਹੈ, ਖੱਬੇ ਸਿਰੇ ਤੋਂ ਉਸ ਦਾ ਸਥਾਨ ਕਿੱਥੇ ਹੋਵੇਗਾ? ਸੋ ਆਪਾਂ ਕਾਊਂਟ ਕਰ ਲੈਣਾ ਕਿ 40 ਟੋਟਲ ਗਿਣਤੀ ਹੈ ਕਤਾਰ ਦੇ ਵਿੱਚ, ਲਾਈਨ ਦੇ ਵਿੱਚ, ਔਰ ਅਮਨ ਦਾ ਜਿਹੜਾ ਸਥਾਨ ਹੈ ਉਹ 14ਵਾਂ ਹੈ। ਕਿਹੜੇ ਪਾਸਿਓਂ? ਸੱਜੇ ਪਾਸਿਓਂ। ਪਰ ਖੱਬੇ ਪਾਸਿਓਂ ਗਿਣਤੀ ਕਰਦੇ ਜਦੋਂ ਆਪਾਂ ਕਾਊਂਟ ਕਰਾਂਗੇ ਤਾਂ ਉਹਦਾ ਸਥਾਨ ਕਿਹੜਾ ਬਣੇਗਾ? 24ਵਾਂ, 25ਵਾਂ, 26ਵਾਂ, 27ਵਾਂ। ਤਾਂ ਆਪਾਂ ਨੇ ਕਾਊਂਟ ਕਰਕੇ ਦੇਖ ਲੈਣਾ ਸੱਜੇ ਪਾਸਿਓਂ ਔਰ ਖੱਬੇ ਪਾਸਿਓਂ, ਤਾਂ ਇੱਕ ਨੈਕਸਟ ਹੋਏਗਾ। ਤਾਂ 27ਵਾਂ ਸਥਾਨ ਹੈ ਜਿਹੜਾ ਉਹਦਾ ਹੋਏਗਾ ਸੱਸਾ। ਆਨਸਰ ਹੈ ਜਿਹੜਾ ਸਹੀ ਹੈ। ਪੰਜਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਅਗਲੀ ਸੰਖਿਆ ਕਿਹੜੀ ਹੋਵੇਗੀ? ਸੀਰੀਜ਼ ਦੇ ਨਾਲ ਸੰਬੰਧਿਤ ਕੁਐਸਚਨ ਹੈ ਔਰ ਇੱਥੇ ਲਿਖਿਆ 2 4 6 8। ਅੱਗੇ ਅਗਲਾ ਜਿਹੜਾ ਨੰਬਰ ਹੈ ਉਹ ਦੱਸਣਾ ਹੈ। 10 9 11 ਦੀ ਆਪਸ਼ਨ ਹੈ, 12 ਦੀ ਆਪਸ਼ਨ ਹੈ। ਸੋ ਆਪਾਂ ਨੂੰ ਕਲੀਅਰ ਹੈ ਕਿ ਇਹ ਕਹਿ ਸਕਦੇ ਹੋ ਕਿ 2 ਦਾ ਟੇਬਲ ਹੈ। ਸੋ 2 ਦੇ ਟੇਬਲ ਦੇ ਵਿੱਚ 2 4 6 8 ਤੋਂ ਬਾਅਦ ਜਿਹੜਾ ਹੈ 10 ਆਉਂਦਾ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ 2 ਪਲੱਸ ਹੋ ਰਿਹਾ ਹਰ ਨੰਬਰ ਦੇ ਵਿੱਚ। ਨੈਕਸਟ 2 + 2 4, 4 + 2 6, 6 + 2 8, 8 + 2 ਐਡ ਕਰਾਂਗੇ ਤਾਂ ਆਪਸ਼ਨ ਆਏਗੀ ਆਪਣੇ ਕੋਲ ਊੜਾ 10। 10 ਆਨਸਰ ਹੈ ਜਿਹੜਾ ਇਹਦਾ ਸਹੀ ਆਨਸਰ ਹੋਵੇਗਾ। ਸੋ ਅਗਲਾ ਜਿਹੜਾ ਹੈ ਤਰਕ ਗਿਆਨ ਦੇ ਨਾਲ ਗਣਿਤ ਦੇ ਨਾਲ ਸੰਬੰਧਿਤ ਹੈ ਭਾਗ ਪੰਜਵਾਂ। ਪੰਜਵੇਂ ਭਾਗ ਦੇ ਵਿੱਚ ਗਣਿਤ ਦੇ ਨਾਲ ਵੀ 10 ਪ੍ਰਸ਼ਨ ਪੁੱਛੇ ਗਏ ਸੀਗੇ। ਪਹਿਲਾ ਪ੍ਰਸ਼ਨ ਹੈ 10ਵੀਂ ਪੱਧਰ ਦਾ ਜਿਹੜਾ ਗਣਿਤ ਦੇ ਸਵਾਲ ਨੇ ਉਸ ਲੈਵਲ ਦੇ ਤੁਹਾਨੂੰ ਪ੍ਰਸ਼ਨ ਪੁੱਛੇ ਗਏ ਸੀ। ALM ਪੇਪਰ 2022 ਦੇ ਵਿੱਚ PSPCL ਦੇ ਵੱਲੋਂ ਸੈਂਪਲ ਪੇਪਰ ਜਿਹੜਾ ਆਪਾਂ ਨੂੰ ਜਾਰੀ ਕੀਤਾ ਗਿਆ ਸੀ ਉਹ ਡਿਸਕਸ ਕਰ ਰਹੇ ਹਾਂ। ਪਹਿਲਾ ਪ੍ਰਸ਼ਨ ਹੈ ਗਣਿਤ ਗਿਆਨ ਦੇ ਵਿੱਚ 25,000 ਦਾ 10% ਕਿੰਨਾ ਹੋਵੇਗਾ? 25,000 ਦਾ 10% ਜਿਹੜਾ ਹੈ 2500 ਬਣਦਾ ਹੈ ਇੱਥੇ। ਸੋ ਤੀਜੀ ਆਪਸ਼ਨ ਹੈ ਜਿਹੜੀ ਉਹ ਸਹੀ ਹੋਏਗੀ 500, 250, 2500, 25। ਚਾਰ ਆਪਸ਼ਨਸ ਦਿੱਤੀਆਂ ਤਾਂ 2500 ਜਿਹੜਾ ਬਣਦਾ ਉਹ 25,000 ਦਾ 10% ਬਣਦਾ ਹੈ। ਪਰਸੈਂਟੇਜ ਵਾਲੀਆਂ ਜਿਹੜੀਆਂ ਕੈਲਕੂਲੇਸ਼ਨਸ ਨੇ ਸਿੰਪਲ, ਉਹ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਸੋ ਤੀਜੀ ਆਪਸ਼ਨ ਇੱਥੇ ਸਹੀ ਹੈ। ਦੂਸਰਾ ਜਿਹੜਾ ਕੁਐਸਚਨ ਹੈ ਜੇਕਰ ਇੱਕ ਵਿਅਕਤੀ ਕਿਸੇ ਕੰਮ ਨੂੰ 4 ਦਿਨ ਵਿੱਚ ਕਰਦਾ ਹੈ ਤਾਂ 4 ਵਿਅਕਤੀ ਉਸ ਕੰਮ ਨੂੰ ਕਿੰਨੇ ਦਿਨ ਵਿੱਚ ਕਰਨਗੇ? ਸੋ ਉਲਟ ਹੋ ਗਈ ਰੇਸ਼ੋ। ਇੱਕ ਵਿਅਕਤੀ 4 ਦਿਨ ਦੇ ਵਿੱਚ ਕੰਮ ਕਰਦਾ ਹੈ ਤਾਂ ਉਸੇ ਕੰਮ ਦੇ ਉੱਪਰ ਸੇਮ ਕੈਪੈਸਿਟੀ ਦੇ ਮੰਨ ਕੇ ਚੱਲੀਏ ਤਾਂ 4 ਵਿਅਕਤੀ ਜਿਹੜੇ ਕੰਮ ਕਰਨ ਲੱਗਿਆ ਤਾਂ ਉਹ ਕਿੰਨੇ ਦਿਨ 'ਚ ਵਿੱਚ ਕਰਨਗੇ? ਉਲਟ ਹੋ ਜਾਏਗੀ ਰੇਸ਼ੋ, 1 ਦਿਨ ਦੇ ਵਿੱਚ ਕਰਨਗੇ। ਤਾਂ ਪਹਿਲੀ ਆਪਸ਼ਨ ਇੱਥੇ ਸਹੀ ਆਪਸ਼ਨ ਆਏਗੀ।
ਤੀਜਾ ਹੈ ਜੇਕਰ ਇੱਕ ਹੋਟਲ ਵਿੱਚ 2 ਵਿਅਕਤੀਆਂ ਦੇ ਖਾਣੇ ਦਾ ਬਿੱਲ 500 ਰੁਪਏ ਆਇਆ ਹੈ ਤਾਂ ਇੱਕ ਵਿਅਕਤੀ ਦੇ ਹਿੱਸੇ ਕਿੰਨੇ ਰੁਪਏ ਆਉਣਗੇ। ਬਹੁਤ ਸਿੰਪਲ ਹੈ, 2 ਵਿਅਕਤੀਆਂ ਦਾ ਜਿਹੜਾ ਖਾਣੇ ਦਾ ਬਿੱਲ ਹੈ 500 ਰੁਪਏ, ਤਾਂ ਇੱਕ ਵਿਅਕਤੀ ਦਾ ਹਿੱਸਾ ਕਿੰਨਾ ਬਣੇਗਾ, 2 ਤੇ ਡਿਵਾਈਡ ਹੋ ਜਾਏਗਾ ਤਾਂ 250। ਸੈਕੰਡ ਆਪਸ਼ਨ ਜਿਹੜੀ 250 ਰੁਪਏ ਵਾਲੀ 250 ਵਾਲੀ ਉਹ ਆਨਸਰ ਸਹੀ ਹੈ। 500 ਨੂੰ 2 ਨਾਲ ਸਿੰਪਲ ਡਿਵਾਈਡ ਕੀਤਾ ਹੈ। ਅਗਲਾ ਜਿਹੜਾ ਪ੍ਰਸ਼ਨ ਹੈ ਚੌਥਾ, ਜੇਕਰ ਇੱਕ ਵਿਅਕਤੀ 50 ਕਿਲੋਮੀਟਰ ਪ੍ਰਤੀ ਘੰਟੇ ਦੀ ਦਰ 'ਤੇ ਮੋਟਰਸਾਈਕਲ ਚਲਾ ਰਿਹਾ ਹੈ ਤਾਂ ਉਹ 2 ਘੰਟੇ ਵਿੱਚ ਕਿੰਨਾ ਸਫ਼ਰ ਤੈਅ ਕਰੇਗਾ। ਇੱਥੇ ਦੇਖ ਲੈਣਾ ਕਿ 50 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਹੈ, 1 ਘੰਟੇ ਦੇ ਵਿੱਚ 50 ਕਿਲੋਮੀਟਰ ਜਿਹੜਾ ਡਿਸਟੈਂਸ ਕਵਰ ਕਰ ਰਿਹਾ ਵਿਅਕਤੀ ਮੋਟਰਸਾਈਕਲ ਚਲਾ ਕੇ, ਤਾਂ 2 ਘੰਟੇ ਦੇ ਵਿੱਚ ਉਹ ਕਿੰਨਾ ਸਫ਼ਰ ਹੈ ਜਿਹੜਾ ਤੈਅ ਕਰੇਗਾ। ਸੋ ਅੰਡਰਸਟੂਡ ਹੈ ਕਿ 1 ਘੰਟੇ ਦੇ ਵਿੱਚ 50 ਕਿਲੋਮੀਟਰ, ਤਾਂ 2 ਘੰਟੇ ਦੇ ਵਿੱਚ ਡਬਲ ਹੋ ਜਾਏਗਾ, 100 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਤੈਅ ਕਰੇਗਾ। ਸੋ ਚੌਥੀ ਆਪਸ਼ਨ ਹੈ ਜਿਹੜੀ ਉਹ ਸਹੀ ਹੋ ਜਾਏਗੀ ਇੱਥੇ 100 ਵਾਲੀ, 100 ਵਾਲੀ। ਅਗਲਾ ਪ੍ਰਸ਼ਨ ਹੈ ਪੰਜਵਾਂ, 10% ਦੀ ਦਰ ਨਾਲ 10,000 ਰੁਪਏ ਦਾ 1 ਸਾਲ ਵਿੱਚ ਕਿੰਨਾ ਵਿਆਜ ਬਣੇਗਾ। ਸੋ 10% ਜਿਹੜੀ ਦਰ ਹੈ 10,000 ਰੁਪਏ ਦਾ ਆਪਾਂ ਨੇ ਕੈਲਕੂਲੇਟ ਕਰਨਾ ਵਿਆਜ, 1 ਸਾਲ ਦੀ ਜਿਹੜੀ ਮਿਆਦ ਹੈ। ਸੋ ਜਿਹੜਾ ਮੂਲਧਨ ਗੁਣਾ ਦਰ ਗੁਣਾ ਸਮਾਂ ਡਿਵਾਈਡ ਬਾਈ 100 ਵਾਲਾ ਫਾਰਮੂਲਾ ਸਿੰਪਲ, ਉਹਦੇ ਨਾਲ ਕੈਲਕੂਲੇਟ ਕਰ ਸਕਦੇ ਹੋ। ਸਿੰਪਲ ਕੈਲਕੂਲੇਸ਼ਨਸ ਨੇ ਜਿਹੜੀਆਂ ਵਿਆਜ ਦੀਆਂ ਇੰਟਰਸਟ ਦੀਆਂ ਉਹ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਚੌਥੀ ਆਪਸ਼ਨ ਇਹਦੇ ਵਿੱਚ ਬਣੇਗੀ ਸਹੀ ਉੱਤਰ 1,000 ਰੁਪਏ, ਜਿਹੜਾ 10% ਦੀ ਦਰ ਨਾਲ 10,000 ਦਾ 1 ਸਾਲ ਦਾ ਵਿਆਜ ਬਣੇਗਾ। ਅਗਲਾ ਹੈ 6ਵਾਂ ਕੁਐਸਚਨ, 125 ਮਲਟੀਪਲਾਈ ਬਾਈ 125 ਇਜ਼ ਇਕੁਅਲ ਟੂ। ਇਹਨੂੰ ਸਿੰਪਲ ਕੈਲਕੂਲੇਟ ਕਰ ਲੈਣਾ ਹੈ। ਵੈਸੇ ਵੀ ਤੁਸੀਂ ਇੱਥੋਂ ਜੇ ਲੌਜੀਕਲੀ ਸੋਚੋ ਤਾਂ 5 into 5 ਜਿਹੜਾ ਵਨਸ ਪਲੇਸ 'ਤੇ ਡਿਜਿਟ ਹੈ 5 ਹੈ ਦੋਨਾਂ ਦੇ, ਤਾਂ 5 ਨੂੰ 5 ਨਾਲ ਮਲਟੀਪਲਾਈ ਕਰੋਗੇ, ਫਿਰ ਅੱਗੇ ਤੁਸੀਂ ਕੈਲਕੂਲੇਟ ਇਸ ਤਰ੍ਹਾਂ ਕ੍ਰਾਸ ਚੈੱਕ ਕਰ ਸਕਦੇ ਹੋ ਇਹਨੂੰ, ਜਾਂ ਸਿੰਪਲ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ 125 ਨੂੰ 125 ਨਾਲ ਗੁਣਾ ਕਰਕੇ ਵੀ ਦੇਖ ਸਕਦੇ ਹੋ। ਸੋ ਇਹਦਾ ਆਨਸਰ ਆਏਗਾ 15,625, ਪਹਿਲੀ ਆਪਸ਼ਨ ਵਾਲਾ। ਅਗਲਾ ਪ੍ਰਸ਼ਨ ਹੈ 7ਵਾਂ, ਹੇਠ ਲਿਖੇ ਪ੍ਰਸ਼ਨ ਦਾ ਸਹੀ ਉੱਤਰ ਕੀ ਹੈ। 20 + 40 * 2 ਇਜ਼ ਇਕੁਅਲ ਟੂ। ਸਟਾਰ ਮੀਨਸ ਇੱਥੇ ਮਲਟੀਪਲੀਕੇਸ਼ਨ ਹੁੰਦੀ ਹੈ। ਸੋ ਇਹਨੂੰ ਤੁਸੀਂ ਜਦੋਂ ਪਹਿਲਾਂ ਮਲਟੀਪਲੀਕੇਸ਼ਨ ਕਰੋਗੇ 40 ਨੂੰ 2 ਨਾਲ ਤਾਂ ਗੁਣਾ ਕਰੋਗੇ ਤਾਂ 80 ਆਏਗਾ, 80 ਦੇ ਵਿੱਚ 20 ਐਡ ਕਰੋਗੇ ਤਾਂ 100 ਬਣ ਜਾਏਗਾ। ਤੀਜੀ ਆਪਸ਼ਨ 100 ਇੱਥੇ ਆਪਸ਼ਨਸ ਦੇ ਵਿੱਚ ਦਿੱਤੀ ਹੋਈ ਹੈ, 100 ਜਿਹੜਾ ਇਹਦਾ ਸਹੀ ਆਨਸਰ ਆਏਗਾ। ਸੋ ਇਹ ਬੌਦਮਾਸ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਤੁਸੀਂ ਪੜ੍ਹਿਆ ਸੁਣਿਆ ਹੋਏਗਾ, ਨਹੀਂ ਤਾਂ ਪ੍ਰੈਕਟਿਸ ਕਰ ਲੈਣੀ ਹੈ। ਉਸ ਦੇ ਬੇਸ 'ਤੇ ਹੁੰਦਾ ਕਿ ਪਹਿਲਾਂ ਬ੍ਰੈਕਟ ਕੈਲਕੂਲੇਸ਼ਨ ਕਰਨੀ ਹੈ, ਬ੍ਰੈਕਟ ਓਪਨ ਕਰਨੀ ਹੈ, ਫਿਰ ਡਿਵੀਜ਼ਨ ਕਰਨੀ ਹੈ, ਫਿਰ ਐਡੀਸ਼ਨ ਸਬਟਰੈਕਸ਼ਨ ਮਲਟੀਪਲੀਕੇਸ਼ਨ ਕੀ ਕਰਨਾ, ਉਹਦੇ ਅਕੋਰਡਿੰਗਲੀ ਇਸ ਫਾਰਮੂਲੇ ਦੇ ਅਕੋਰਡਿੰਗਲੀ ਇਹ ਕੈਲਕੂਲੇਟ ਹੋਏਗਾ। ਅਗਲਾ ਪ੍ਰਸ਼ਨ ਜਿਹੜਾ ਹੈ ਗਣਿਤ ਦਾ, ਹੇਠ ਲਿਖੇ ਪ੍ਰਸ਼ਨ ਦਾ ਸਹੀ ਉੱਤਰ ਕੀ ਹੈ। 7ਵਾਂ ਪ੍ਰਸ਼ਨ ਹੈ ਸੈਂਪਲ ਪੇਪਰ ਦਾ, 20 + 40 into 2, ਇਹ ਰਿਪੀਟ ਹੋ ਰਿਹਾ ਕੁਐਸਚਨ ਇੱਥੇ। ਸੋ ਇਹਦਾ 100 ਆਏਗਾ, ਆਪਾਂ ਡਿਸਕਸ ਕਰ ਲਿਆ ਉੱਪਰ। 8ਵਾਂ ਪ੍ਰਸ਼ਨ ਹੈ 256 ਨੂੰ 16 ਨਾਲ ਭਾਗ ਤਕਸੀਮ ਕਰਨ 'ਤੇ ਕੀ ਆਉਂਦਾ ਹੈ। ਸੋ 256 ਨੂੰ 16 ਨਾਲ ਡਿਵਾਈਡ ਕਰਦੇ ਹਾਂ ਤਾਂ ਆਪਣੇ ਕੋਲ ਆਨਸਰ ਕੀ ਹੈ, 16 ਹੀ ਆਏਗਾ, ਬਿਕੋਜ਼ 16 ਦਾ ਜਿਹੜਾ ਸਕੇਅਰ ਹੈ ਵਰਗ ਹੈ ਉਹ 256 ਹੁੰਦਾ ਹੈ। 256 ਨੂੰ 16 ਨਾਲ ਡਿਵਾਈਡ ਕੀਤਾ ਤਾਂ 16 ਇਹਦਾ ਆਨਸਰ ਆਏਗਾ। ਤਾਂ ਅਗਲਾ ਹੈ 25 ਦਾ ਵਰਗਮੂਲ ਦੱਸੋ। ਵਰਗ ਤੇ ਵਰਗਮੂਲ, ਘਣ ਤੇ ਘਣਮੂਲ, ਇਸ ਟੌਪਿਕ ਦੇ ਕੁਐਸਚਨ ਤੁਹਾਨੂੰ ਆ ਸਕਦੇ ਇੱਥੋਂ ਤੁਸੀਂ ਇੰਡੀਕੇਸ਼ਨ ਲੈ ਸਕਦੇ ਹੋ ਕਿ 25 ਦਾ ਵਰਗਮੂਲ ਦੱਸਣਾ। ਹੁਣ ਆਪਾਂ ਨੇ 25 ਦਾ ਵਰਗਮੂਲ ਕੀ ਹੋਏਗਾ, 5 ਹੋਏਗਾ। ਜੇ 25 ਦਾ ਵਰਗ ਪੁੱਛਿਆ ਜਾਂਦਾ ਫਿਰ 625 ਹੋਏਗਾ। ਸੋ ਵਰਗਮੂਲ ਪੁੱਛਿਆ ਹੈ ਤਾਂ ਇੱਥੇ 5 ਆਨਸਰ ਆਏਗਾ। 5 into 5 25 ਬਣ ਜਾਂਦਾ ਹੈ ਸਕੇਅਰ 5 ਦਾ। 10ਵਾਂ ਪ੍ਰਸ਼ਨ ਹੈ ਇੱਕ ਤ੍ਰਿਭੁਜ ਦੇ ਕਿੰਨੇ ਕੋਣ ਹੁੰਦੇ ਹਨ। ਤ੍ਰਿਭੁਜ, ਚਤੁਰਭੁਜ, ਚੱਕਰ ਦਾ ਕਿੰਨੇ ਕੋਣ ਹੁੰਦਾ ਹੈ, ਚੱਕਰ ਦਾ ਜਾਂ ਸਾਰੇ ਕੋਣਾਂ ਦੇ ਨਾਲ ਸੰਬੰਧਿਤ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਟਰਾਇੰਗਲ ਦੀਆਂ ਅਲੱਗ-ਅਲੱਗ ਕਿਸਮਾਂ ਦੇ ਆਧਾਰ 'ਤੇ ਤੁਹਾਨੂੰ ਪੁੱਛਿਆ ਜਾ ਸਕਦਾ। ਸਮਕੋਣ ਜਿਹੜੀ ਤਿਕੋਣ ਹੁੰਦੀ ਹੈ ਉਹਦਾ ਜਿਹੜਾ ਇੱਕ ਐਂਗਲ ਹੈ 90 ਡਿਗਰੀ ਹੁੰਦਾ, ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ। ਸੋ ਤ੍ਰਿਭੁਜ ਮੀਨਸ ਟਰਾਇੰਗਲ ਜਿਹਦੇ 3 ਐਂਗਲ ਹੁੰਦੇ ਨੇ। ਟੋਟਲ ਐਂਗਲ ਕਿੰਨੇ ਹੁੰਦੇ ਨੇ, ਟੋਟਲ ਐਂਗਲ ਹੈ ਜਿਹੜੇ ਕੋਣ ਹੈ ਟਰਾਇੰਗਲ ਦੇ ਵਿੱਚ ਉਹ 3 ਹੁੰਦੇ ਨੇ। ਸੋ ਇਹਦੀ ਤੀਜੀ ਆਪਸ਼ਨ ਹੈ ਜਿਹੜੀ 3 ਵਾਲਾ ਆਪਸ਼ਨ ਹੈ ਉਹ ਸਹੀ ਹੋ ਜਾਏਗਾ। ਇਹ 10ਵਾਂ ਕੁਐਸਚਨ ਸੀਗਾ। ਇਹਦੇ ਨਾਲ ਹੀ ਆਪਾਂ ਜਿਹੜਾ ਡਿਸਕਸ ਕੀਤਾ ਅੱਜ ਸੈਂਪਲ ਪੇਪਰ, ਇਸ ਤਰ੍ਹਾਂ ਦੇ ਲੈਵਲ ਦੇ ਤੁਸੀਂ ਕੁਐਸਚਨ ਹੈ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਟਫਨੈਸ ਹੈ ਇੰਨੀ ਕੁ ਹੋਏਗੀ, ਇੰਨਾ ਕੁ ਹਾਰਡ ਹੋਏਗਾ। ਸੋ ਬੜੇ ਸਿੰਪਲ ਕੁਐਸਚਨ ਸੀਗੇ ਸੈਂਪਲ ਪੇਪਰ ਦੇ ਵਿੱਚ। ਇਸ ਤਰ੍ਹਾਂ ਦੇ ਲੈਵਲ ਦੇ ਤੁਸੀਂ ਕੁਐਸਚਨਸ ਹੈ ਜਿਹੜੇ ਜਾਂ ਟੌਪਿਕਸ ਹੈ ਉਹ ਤਿਆਰ ਕਰ ਸਕਦੇ ਹੋ ਆਉਣ ਵਾਲੀਆਂ ਜਿਹੜੇ ਪੇਪਰ ਹੋਣਗੇ ਇਸ ਪੋਸਟ ਦੇ ਲੈਵਲ ਦੇ, ALM ਅਸਿਸਟੈਂਟ ਲਾਈਨਮੈਨ ਦੀ ਪੋਸਟ ਦੇ ਲਈ। ਸੋ ਇਹਦੇ ਅਕੋਰਡਿੰਗਲੀ ਤੁਸੀਂ ਤਿਆਰੀ ਕਰ ਸਕਦੇ ਹੋ, ਤੁਹਾਡਾ ਬੇਸ ਬਣ ਸਕਦਾ ਹੈ। ਸਿਰਫ ਇੱਥੇ ਦਾ ਮਕਸਦ ਡਿਸਕਸ ਕਰਨ ਦਾ ਪੇਪਰ ਦਾ, ਸੈਂਪਲ ਪੇਪਰ ਦਾ ਤੁਹਾਡੇ ਨਾਲ ਹੀ ਸੀ ਕਿ ਤੁਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਅਲੱਗ-ਅਲੱਗ ਟੌਪਿਕਸ ਨੇ ਇਹਨਾਂ ਦੀ ਤਿਆਰੀ ਆਪਣੀ ਸਟਾਰਟ ਕਰ ਦੇਵੋ। ਜਦੋਂ ਵੀ ਕਿਤੇ ਪੋਸਟ ਆਉਣ
ਤਾਂ ਤੁਸੀਂ ਅਪਲਾਈ ਕਰਨ ਤੋਂ ਬਾਅਦ ਨਾ ਤਿਆਰੀ ਸ਼ੁਰੂ ਕਰੋ, ਸਮੇਂ ਸਿਰ ਆਪਣੀ ਤਿਆਰੀ ਸ਼ੁਰੂ ਕਰ ਦੇਵੋ। ਇੱਥੋਂ ਤੁਸੀਂ ਆਪਣਾ ਬੇਸ ਲੈ ਕੇ ਚੱਲੋ, ਇਹੋ ਜਿਹੇ ਟੌਪਿਕ ਤਿਆਰ ਕਰਨੇ ਸ਼ੁਰੂ ਕਰ ਦੇਵੋ। ਇਹਦੇ ਨਾਲ ਹੀ ਜਿਹੜੇ ਵੀ ਕੈਂਡੀਡੇਟਸ ਆਉਣ ਵਾਲੇ ਟਾਈਮ ਦੇ ਵਿੱਚ ALM ਦੀਆਂ ਪੋਸਟਾਂ ਦੇ ਲਈ ਤਿਆਰੀ ਕਰ ਰਹੇ ਨੇ ਔਰ ALM ਦੀ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ, ਸਾਰਿਆਂ ਦੇ ਲਈ ਸ਼ੁਭ ਕਾਮਨਾਵਾਂ। ਬੈਸਟ ਵਿਸ਼ੇਜ਼ ਸਟੱਡੀਸ਼ਿਪ YouTube ਚੈਨਲ ਦੇ ਵੱਲੋਂ ਫॉर ਯੂਅਰ ਬ੍ਰਾਈਟ ਫਿਊਚਰ। ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਗੁੱਡ ਲੱਕ ਅਗੇਨ।